ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਮੁੱਕਰੀ ਕੀ ਮੁੜ ਬਣਨਗੇ ਖੇਤੀ ਕਾਨੂੰਨ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਕੇਂਦਰ ਸਰਕਾਰ ਵੱਲੋਂ ਖੇਤੀ ਮੁੱਦਿਆਂ ਅਤੇ MSP ਬਾਰੇ ਇੱਕ ਕਮੇਟੀ ਬਣਾਈ ਗਈ ਹੈ, ਜਿੱਥੇ ਉਸ ਕਮੇਟੀ ਦੀ ਗਠਨ ਅਤੇ ਬਣਤਰ ਨੂੰ ਲੈ ਕੇ ਉਂਗਲਾਂ ਉੱਠ ਰਹੀਆਂ ਨੇ। ਉੱਥੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਵੀ ਜਿਹੜੇ ਖੇਤੀ ਕਾਨੂੰਨ ਇੱਕ ਲੰਬੇ ਸੰਘਰਸ਼ ਤੋਂ ਬਾਅਦ ਵਾਪਸ ਕਰਵਾਏ ਗਏ ਸੀ, ਉਹਨਾਂ ਖੇਤੀ ਕਾਨੂੰਨਾਂ ਦੀ ਬਹਾਲੀ ਹੋ ਸਕਦੀ ਹੈ ਜਾਂ ਉਹ ਕਿਸੇ ਨਾ ਕਿਸੇ ਨਵੇਕਲੇ ਢੰਗ ਨਾਲ ਖੇਤੀ ਕਾਨੂੰਨ ਜਿਹੜੇ ਨੇ ਮੁੜ ਲਿਆਂਦੇ ਜਾ ਸਕਦੇ ਨੇ। ਅਸੀਂ ਜਾਣਨਾ ਚਾਹਾਂਗੇ ਇਹਨਾਂ ਅਫਵਾਹਾਂ 'ਚ ਕਿੰਨੀ ਕੁ ਸੱਚਾਈ ਹੈ ਜਾਂ ਇਸ ਤਰਕ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਭਾਰਤ ਸਰਕਾਰ ਨੇ ਖੇਤੀ ਇਸ਼ੂਜ਼ ਨੂੰ ਲੈ ਕੇ ਔਰ ਫਸਲਾਂ ਦੀ ਜਿਹੜੀ MSP ਨੂੰ ਲੈ ਕੇ ਆਪਣੇ ਕੀਤੇ ਵਾਅਦੇ ਮੁਤਾਬਕ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਉਹ ਉੱਠ ਰਹੇ ਨੇ। ਇਸ ਕਮੇਟੀ ਦੀ ਜਿਹੜੀ ਟਾਈਮਿੰਗ ਨੂੰ ਲੈ ਕੇ, ਇਸ ਕਮੇਟੀ ਦੀ ਬਣਤਰ ਨੂੰ ਲੈ ਕੇ, ਜਾਂ ਇਹ ਕਹਿ ਲਓ ਕਿ ਇਸ ਕਮੇਟੀ ਬਣਾਉਣ ਪਿੱਛੇ ਜਿਹੜੀ ਸਰਕਾਰ ਦੀ ਮੰਸ਼ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਚਰਚਾ 'ਚ ਨੇ ਜੀ। ਔਰ ਇਹ ਵੀ ਕਿਆਸ ਕੀਤਾ ਜਾ ਰਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਜਿਹੜੀ ਭਾਰਤ ਸਰਕਾਰ ਮੁੜ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਂਦ 'ਚ ਲਿਆ ਸਕਦੀ ਹੈ। ਔਰ ਇਹ ਵੀ ਆਤਿਸ਼ ਕਿਹਾ ਜਾ ਰਿਹਾ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਲਈ ਇਹ ਕਮੇਟੀ ਬਣਾਈ ਹੈ, ਇਹ ਅਸਲ 'ਚ ਕੇਂਦਰ ਸਰਕਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਭਾਰਤ ਦੇ ਸਾਡੇ ਕਿਸਾਨ ਹੈ ਉਹਨਾਂ ਦੀ ਨਬਜ਼ ਵੀ ਟਟੋਲਣਾ ਚਾਹੁੰਦੀ ਹੈਗੀ ਹੈ। ਹੁਣ ਸਰਕਾਰ ਦੀ ਮਨਸ਼ਾ ਕੀ ਹੈ, ਜੇ ਤਾਂ ਆਪਾਂ ਇਹਦਾ ਕਮੇਟੀ ਦੀ ਬਣਤਰ ਤੋਂ ਅੰਦਾਜ਼ਾ ਲਾਈਏ ਤਾਂ ਉਹ ਬੜੀ ਸਾਫ਼ ਦਿਖਦੀ ਹੈ। ਔਰ ਰਹਿੰਦੀ ਕਸਰ ਜਿਹੜੀ ਸਾਡੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਉਹਨਾਂ ਨੇ ਕੱਢ ਦਿੱਤੀ ਹੈ। ਉਹਨਾਂ ਨੇ ਕੱਲ੍ਹ ਬਿਆਨ ਜਾਰੀ ਕੀਤਾ ਹੈ ਔਰ ਸਾਫ਼ ਕਿਹਾ ਹੈ ਕਿ ਫਸਲਾਂ ਦੀ MSP ਨੂੰ ਲੈ ਕੇ ਔਰ ਉਸ 'ਤੇ ਕਾਨੂੰਨੀ ਗਰੰਟੀ ਦੇਣ ਬਾਰੇ ਅਸੀਂ ਕਿਸਾਨਾਂ ਨਾਲ ਕੋਈ ਵਾਅਦਾ ਨਹੀਂ ਕੀਤਾ ਸੀ ਜੀ। ਔਰ ਇਹ ਵੀ ਸਾਫ਼ ਕਹਿ ਦਿੱਤਾ ਕਿ ਅਸੀਂ ਨਾ ਇਸ 'ਤੇ ਵਿਚਾਰ ਕਰਾਂਗੇ ਅਤੇ ਨਾ ਹੀ ਫਸਲਾਂ ਦੀ MSP 'ਤੇ ਜਿਹੜੀ ਕਾਨੂੰਨੀ ਗਰੰਟੀ ਹੈ ਉਹ ਦਿੱਤੀ ਜਾਏਗੀ ਜੀ। ਪੰਜਾਬੀ 'ਚ ਜਿਵੇਂ ਕਹਿੰਦੇ ਹੁੰਦੇ ਨੇ ਕਿ ਮਰੇ ਮੁਕਰੇ ਦਾ ਕੋਈ ਇਲਾਜ ਨਹੀਂ ਹੈ। ਬਿਲਕੁਲ। ਤਾਂ ਬੰਦਾ ਮੁਕਰ ਗਿਆ ਤਾਂ ਇਹਦੇ ਨਾਲ ਭਾਜਪਾ ਦੀ ਜਿਹੜੀ ਕ੍ਰੈਡੀਬਿਲਿਟੀ ਪਹਿਲਾਂ ਹੀ ਲੂਜ਼ ਸੀ ਪੰਜਾਬ ਦੇ ਲੋਕਾਂ ਦੇ ਵਿੱਚ, ਜਾਂ ਆਪਾਂ ਕਹਿੰਦੇ ਹਾਂ ਕਿ ਆਪਣੇ ਕਹੇ 'ਤੇ ਜਿਵੇਂ ਕਹਿੰਦੇ ਨੇ ਕਿ ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਹਾਂ, ਕਿ ਉਸ 'ਤੇ ਵੀ ਇਹ ਖਰੇ ਨਹੀਂ ਉਤਰੇ। ਤਾਂ ਕਮੇਟੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਨੂੰਨ ਵਾਪਸ ਆਉਣਗੇ, ਠੀਕ ਹੈ, ਇਹ ਟੁੱਟਵੇਂ ਰੂਪ ਦੇ ਵਿੱਚ ਜ਼ਰੂਰ ਵਾਪਸ ਆ ਸਕਦੇ ਨੇ। ਉਹਦਾ ਕਾਰਨ ਆਤਿਸ਼ ਇਹ ਹੈ ਕਿ ਗਲੋਬਲਾਈਜੇਸ਼ਨ ਦੀ ਗੱਡੀ ਜਿਸ ਸਪੀਡ ਨਾਲ ਦੌੜ ਰਹੀ ਹੈ ਉਹ ਰੁਕਣ ਵਾਲੀ ਨਹੀਂ। ਉੱਪਰੋਂ ਜੇ WTO ਦਾ ਦਬਾਓ ਹੈ ਉਹ ਜ਼ਿਆਦਾ ਵੱਧ ਰਿਹਾ ਹੈ, ਅਤੇ ਨਾਲ ਹੀ ਜਿਹੜੇ ਕਾਰਪੋਰੇਟ ਲੌਬੀ ਹੈ ਉਹਨਾਂ ਦਾ ਵੀ ਪ੍ਰੈਸ਼ਰ ਹੈ ਜਿਹੜਾ ਭਾਰਤ ਸਰਕਾਰ 'ਤੇ ਜ਼ਰੂਰ ਬਣਿਆ ਹੋਏਗਾ ਜੀ। ਕਿਉਂਕਿ ਉਹਨਾਂ ਦੀ ਬਦੌਲਤ ਹੀ ਪਹਿਲਾਂ ਸਟੇਕ ਹੋਲਡਰਸ ਨੂੰ ਬਿਨਾਂ ਪੁੱਛੇ ਜਿਹੜੇ ਕਾਨੂੰਨ ਰਾਤੋਂ ਰਾਤ ਬਣਾਏ ਗਏ ਸੀ, ਇਸੇ ਕਰਕੇ ਸਾਰਾ ਰੌਲਾ ਪਿਆ ਸੀ, ਕਿਸਾਨ ਘੋਲ ਚੱਲਿਆ ਸੀ ਅਤੇ ਕਾਨੂੰਨ ਵਾਪਸ ਹੋਏ ਸੀ। ਤਾਂ ਉਹ ਜਿਹੜੀ ਇੱਕ ਅਧੂਰੇ ਸੁਪਨਾ ਹੈ ਕਾਰਪੋਰੇਟਸ ਦਾ, ਉਸ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਪਿੱਛੇ ਨਹੀਂ ਹਟੇਗੀ। ਸੋ ਇਹ ਕਮੇਟੀ ਦੇ ਗਠਨ ਦੀ ਜਿਹੜੀ ਬਣਤਰ ਹੈ ਜਾਂ ਇਹਦੇ ਵਿੱਚ ਜਿਹੜੇ ਲੋਕ ਸ਼ਾਮਲ ਕੀਤੇ ਗਏ ਆ, ਉਹਨਾਂ ਤੋਂ ਇਸ ਚੀਜ਼ ਦਾ ਇੱਕ ਝੋਲਾ ਪੈਂਦਾ ਹੈ, ਜਾਂ ਉਸ ਤੋਂ ਸਾਨੂੰ ਇਹ ਸਿਪਟਮ ਦੇਖਣ ਨੂੰ ਮਿਲਦੇ ਨੇ ਕਿ ਸਰਕਾਰ ਹੈ ਜਿਹੜੀ ਉਹ ਮੁੜ ਉਸ ਰਾਹ ਪੈ ਗਈ ਹੈ। ਚਾਹੇ ਉਹ ਖੇਤੀ ਕਾਨੂੰਨ ਐਸ ਸੱਚ ਨਹੀਂ ਹੋਣਗੇ ਜਿਸ ਤਰ੍ਹਾਂ ਪਹਿਲਾਂ ਸੀ, ਪਰ ਜ਼ਰੂਰ ਉਸ ਤਰ੍ਹਾਂ ਦਾ ਜਿਹੜਾ ਝੋਲਾ ਸਾਨੂੰ ਦੇਖਣ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਜ਼ਰੂਰ ਮਿਲੇਗਾ। ਜਿਸ ਤਰ੍ਹਾਂ ਇਹਦੇ ਵਿੱਚ ਆਪਾਂ ਕਹਿੰਦੇ ਸੀ ਕਿ MSP 'ਤੇ ਫੋਕਸ ਕੀਤਾ ਹੋਏਗਾ, ਕਿਉਂਕਿ MSP ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮੇਨ ਏਜੰਡਾ ਤਾਂ ਇਹੀ ਸੀਗਾ ਕਮੇਟੀ ਬਣਾਉਣ ਦਾ, ਪਰ ਇਹਦੇ ਵਿੱਚ ਕਿਤੇ ਇਸ ਚੀਜ਼ ਨੂੰ ਫੋਕਸ ਨਹੀਂ ਕੀਤਾ ਹੋਇਆ, ਬਲਕਿ ਉਸ ਨੂੰ ਡਿਲੂਟ ਕੀਤਾ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਅਸਰਦਾਰ ਤਰੀਕੇ ਨਾਲ MSP ਨੂੰ ਲਾਗੂ ਕਰਨ ਲਈ ਜਾਂ ਪਾਰਦਰਸ਼ੀ ਤਰੀਕੇ ਨਾਲ ਲਾਗੂ ਕਰਨ ਦੇ ਲਈ ਉਹ 'ਤੇ ਵਿਚਾਰ ਚਰਚਾ ਕਰਨੀ ਹੈ ਕਿ ਕਿਵੇਂ ਹੋਰ ਤਰੀਕੇ ਨਾਲ, ਵਧੀਆ ਤਰੀਕੇ ਨਾਲ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈਗਾ। ਪਰ ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਪੰਜਾਬ ਨੂੰ ਆਊਟ ਕੀਤਾ ਗਿਆ ਹੈ ਅਤੇ ਉਹਦੀ ਥਾਂ ਇਹਨਾਂ ਨੇ ਜਿਹੜੇ 4 ਸਟੇਟਾਂ ਹੋਰ ਹੈ ਜਿਨ੍ਹਾਂ ਦੇ ਚੀਫ ਸੈਕਟਰੀ ਜਾਂ ਪ੍ਰਿੰਸੀਪਲ ਸੈਕਟਰੀ ਨੂੰ ਰਿਪਰਜੈਂਟੇਸ਼ਨ ਦਿੱਤੀ ਹੈ, ਜਿਹਦੇ ਵਿੱਚ ਉੜੀਸਾ ਹੈ, ਸਿੱਕਮ ਹੈ, ਕਰਨਾਟਕਾ ਹੈ, ਆਂਧਰਾ ਹੈ,
ਤੇ ਇੱਕ ਤਾਂ ਆਪਾਂ ਇਹ 4 ਸਟੇਟਾਂ ਵੱਲ ਨਜ਼ਰ ਮਾਰੀਏ। ਦੂਸਰੀ ਇਹਦੀ ਪੈਰਲਰ ਜਦੋਂ ਅਸੀਂ ਦੇਖਦੇ ਹਾਂ ਕਿ ਏਜੰਡਾ ਦੇਖਦੇ ਹਾਂ ਉਸ ਕਮੇਟੀ ਦੀ ਬਣਤਰ ਦੇ ਵਿੱਚ ਅੱਗੇ ਜਾ ਕੇ, ਤਾਂ ਉਹਦੇ ਵਿੱਚ ਵੀ ਇੱਕ ਨੈਚੁਰਲ ਫਾਰਮਿੰਗ ਦੀ ਗੱਲ ਕੀਤੀ ਗਈ ਹੈ। ਹੁਣ ਨੈਚੁਰਲ ਫਾਰਮਿੰਗ ਦੇ ਐਂਗਲ ਤੋਂ ਦੇਖੀਏ ਤਾਂ ਇਹਨਾਂ ਨੇ ਜਿਹੜਾ ਸਿੱਕਮ ਹੈ ਉਹ ਫੁੱਲੀ ਨੈਚੁਰਲ ਫਾਰਮਿੰਗ ਦੇ ਵਿੱਚ ਚੱਲਿਆ ਹੋਇਆ। ਜੀ ਬਿਲਕੁਲ। ਆਂਧਰਾ ਹੈ, ਕਰਨਾਟਕਾ ਹੈ, ਉਹ ਵੀ ਇਸ ਪਾਸੇ ਪਿਛਲੇ 10-12 ਸਾਲ ਤੋਂ ਕੁਦਰਤੀ ਖੇਤੀ ਵੱਲ ਵਧੇ ਹੋਏ ਨੇ। ਤਾਂ ਇਸ ਲਿਹਾਜ਼ ਤੋਂ ਲੱਗਦਾ ਹੈ ਕਿ ਜਿਹੜਾ ਏਜੰਡਾ MSP ਹੋਣਾ ਚਾਹੀਦਾ ਸੀ ਉਸ ਨੂੰ ਲੀਗਲ ਸ਼ੇਪ ਦੇਣ ਦਾ, ਉਹਦੀ ਥਾਂ ਜਿਹੜੇ ਉਹਨੂੰ ਡਾਇਲੂਟ ਕਰ ਦਿੱਤਾ ਗਿਆ, ਉਹਨੂੰ ਦੂਸਰੇ ਏਜੰਡਿਆਂ 'ਤੇ ਨੈਚੁਰਲ ਫਾਰਮਿੰਗ ਹੋ ਗਿਆ, ਕ੍ਰੌਪ ਡਾਈਵਰਸੀਫਿਕੇਸ਼ਨ ਹੋ ਗਿਆ, ਉਸ 'ਤੇ ਕੀਤਾ ਗਿਆ ਹੈ। ਅਸਲ 'ਚ ਪਿਛਲੇ ਦੌਰ ਤੋਂ ਜਦੋਂ ਵੀ ਕਾਰਪੋਰੇਟ ਦੀ ਨਜ਼ਰ ਖੇਤੀ 'ਤੇ ਆਤਿਸ਼ ਪਈ ਹੈਗੀ ਹੈ, ਉਹਨਾਂ ਨੂੰ ਲੱਗਦਾ ਕਿ ਇੱਕ ਇਹ ਸੈਕਟਰ ਐਗਰੀਕਲਚਰ ਦਾ ਕਿ ਜਿਹੜਾ ਖਾਲੀ ਪਿਆ, ਜਿਹਦੇ ਵਿੱਚ ਬਹੁਤ ਵੱਡਾ ਸਕੋਪ ਹੈ। ਅਸੀਂ ਹੁਣੇ ਦੇਖਦੇ ਹਾਂ, ਐਤਕੀ ਦੇਖਦੇ ਹਾਂ ਕਿ ਝੋਨੇ ਦੀ ਜਿਹੜੀ ਲੁਆਈ ਦਾ ਸੀਜ਼ਨ ਚੱਲ ਰਿਹਾ ਹੈਗਾ, ਔਰ ਭਾਰਤ ਸਰਕਾਰ ਨੇ ਆਪ ਇਹ ਗੱਲ ਕਬੂਲ ਕੀਤੀ ਹੈ ਕਿ ਟੋਟਲ ਫਸਲਾਂ ਹੇਠ ਇਸ ਵਾਰ 17% ਦੀ ਜਿਹੜਾ ਰਕਬਾ ਉਹ ਘਟਿਆ, ਅਤੇ ਅਨਾਜ ਦੀ ਜਿਹੜੀ ਮੰਗ ਹੈ ਉਹ ਕਾਫੀ ਵੱਧ ਗਈ ਹੈ। ਕਿਉਂਕਿ ਕੋਵਿਡ ਦੇ ਦੌਰ ਦੇ ਵਿੱਚ ਜਦੋਂ 35 ਕਿਲੋ ਫ੍ਰੀ ਰਾਸ਼ਨ 80 ਕਰੋੜ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਹੈ, ਔਰ ਸਤੰਬਰ ਤੱਕ ਅੱਗੇ ਦੇਣਾ ਹੈਗਾ, ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਗੋਦਾਮ ਹੈ ਪੰਜਾਬ ਦੇ ਵੀ ਜਾਂ ਦੂਸਰੀਆਂ ਸਟੇਟਾਂ ਦੇ, ਉਹ ਖਾਲੀ ਹੋ ਰਹੇ ਹੈ। ਅਨਾਜ ਦੀ ਜਿਹੜੀ ਬੁੱਕਤ ਹੈ ਉਹ ਵੱਧ ਰਹੀ ਹੈ, ਲੋੜ ਵੱਧ ਰਹੀ ਹੈ। ਇਸ ਤਰ੍ਹਾਂ ਦੇ ਸੀਨ ਦੇ ਵਿੱਚ ਕਾਰਪੋਰੇਟ ਨੂੰ ਇਹ ਜਿਹੜਾ ਖੇਤੀ ਦੇ ਵਿੱਚੋਂ ਜਾਂ ਖੇਤੀ ਪ੍ਰੋਡਕਟ ਦੇ ਵਿੱਚੋਂ ਕਾਫੀ ਫਾਇਦੇ ਵਾਲਾ ਸੌਦਾ ਉਹਨਾਂ ਨੂੰ ਦਿਖ ਰਿਹਾ ਹੈ। ਇਸੇ ਕਰਕੇ ਹੀ ਸਾਨੂੰ ਲੱਗ ਰਿਹਾ ਹੈ ਕਿ ਖੇਤੀ ਕਾਨੂੰਨ ਆ ਜਿਹੜੇ ਕਿਸੇ ਹੋਰ ਸ਼ੇਪ ਦੇ ਵਿੱਚ ਜਾਂ ਇੱਕ ਟੁੱਟਵੇਂ ਰੂਪ ਦੇ ਵਿੱਚ ਜਾਂ ਇੱਕ ਫੇਜਸ ਦੇ ਵਿੱਚ ਸਾਡੇ ਸਾਹਮਣੇ ਜਿਹੜੇ ਆ ਸਕਦੇ ਆ। ਜਿਹੜੀ ਇਹ ਕਮੇਟੀ ਬਣਾਈ ਹੈ, ਹੋ ਸਕਦਾ ਹੈ ਉਸ 'ਤੇ ਮੋਹਰ ਲਗਾਉਣੀ ਹੋਵੇ ਕਿ ਜਿਸ ਦਿਨ ਪਹਿਲਾਂ ਅਸੀਂ ਇਤਰਾਜ਼ ਕਰਦੇ ਸੀ ਕਿ ਕਿਸਾਨਾਂ ਨੂੰ ਨਹੀਂ ਪੁੱਛਿਆ ਗਿਆ, ਤਾਂ ਲੱਗਦਾ ਕਿ ਕਮੇਟੀ ਦੇ ਵਿੱਚ ਆਪਣੇ ਪੱਖ ਵਾਲੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਸ਼ਮੂਲੀਅਤ ਕਰਾ ਕੇ ਉਸ ਚੀਜ਼ 'ਤੇ ਮੋਹਰ ਲਗਾਉਣੀ ਹੋਵੇ। ਬਿਲਕੁਲ। ਇਹ ਵੀ ਗੱਲ ਚੱਲ ਰਹੀ ਸੀ ਆਤਿਸ਼ ਕਿ ਜਿਹੜੀ ਭਾਰਤ ਸਰਕਾਰ ਨੇ ਕਮੇਟੀ ਬਣਾਈ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਨੇ 31 ਜੁਲਾਈ ਨੂੰ ਆਪਣੇ ਪ੍ਰੋਗਰਾਮ ਦਿੱਤੇ ਹੋਏ ਨੇ ਕਿ ਜਿਹੜੇ ਸਾਡੇ ਪੈਂਡਿੰਗ ਇਸ਼ੂ ਸੀ ਉਹਨਾਂ ਦੀ ਪੂਰਤੀ ਦੇ ਲਈ। ਇਹ ਗੱਲ ਚੱਲ ਰਹੀ ਹੈ ਕਿ ਉਹਨਾਂ ਦੇ ਦਬਾਅ ਹੇਠ ਆ ਕੇ ਇਹ ਕਮੇਟੀ ਦਾ ਐਲਾਨ ਕੀਤਾ ਹੋਵੇਗਾ। ਪਰ ਮੈਨੂੰ ਇਹ ਲੱਗਦਾ ਹੈ ਕਿ ਜੇ SKM ਦਾ ਪ੍ਰੈਸ਼ਰ ਹੁੰਦਾ ਜਾਂ ਉਹਦਾ ਪ੍ਰੈਸ਼ਰ ਮੰਨਿਆ ਗਿਆ ਹੁੰਦਾ ਤਾਂ ਕਮੇਟੀ ਦੀ ਬਣਤਰ ਇਹ ਨਹੀਂ ਸੀ ਹੋਣੀ ਜੀ। ਤਾਂ ਹੁਣ ਤਾਂ SKM ਨੂੰ ਸਿਰਫ ਦਿੱਤੇ ਹੀ 3 ਅਸੀਂ ਮੈਂਬਰ ਹੈ ਕਿ ਤੁਸੀਂ ਆਪਣੇ 3 ਮੈਂਬਰਾਂ ਦੇ ਨਾਮ ਦਿਓ। ਜੇ ਉਹ ਪ੍ਰੈਸ਼ਰ ਹੁੰਦਾ ਤਾਂ ਜ਼ਰੂਰ ਕਮੇਟੀ ਦੀ ਬਣਤਰ ਦਾ ਜਿਹੜਾ ਲਹਿਜ਼ਾ ਹੈ ਉਹ ਹੋਰ ਕਿਸਮ ਦਾ ਹੋਣਾ ਸੀਗਾ। ਪਰ ਇਹ ਵੀ ਲੱਗਦਾ ਮੈਨੂੰ ਕਿ ਜਦੋਂ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਮੌਨਸੂਨ ਸੈਸ਼ਨ ਚੱਲ ਰਿਹਾ, ਤਾਂ ਹੋ ਸਕਦਾ ਇਹਦਾ ਥੋੜ੍ਹਾ ਬਹੁਤਾ ਕਿਤੇ ਪ੍ਰੈਸ਼ਰ ਹੋਵੇ, ਕਿਉਂਕਿ ਉੱਥੇ ਸਵਾਲ ਜਵਾਬ ਹੁੰਦੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਸਰਕਾਰ ਨੂੰ ਉੱਥੇ ਇਸ ਮਸਲੇ 'ਤੇ ਜੋ ਕਿਉਂਕਿ ਉੱਠ ਨਹੀਂ ਉੱਠਣਾ ਕਿ ਜਵਾਬ ਦੇਣਾ ਪੈ ਸਕਦਾ ਹੈਗਾ। ਪਰ ਪੰਜਾਬ ਨੂੰ ਇਹਦੇ ਵਿੱਚੋਂ ਬਿਲਕੁਲ ਆਊਟ ਕੀਤਾ ਗਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਇਸ ਇਸ਼ੂ ਨੂੰ ਰੇਜ਼ ਕੀਤਾ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਸਾਨੂੰ ਇਸ ਮਸਲੇ 'ਚ ਜਿਹੜਾ ਸੈਂਟਰ ਹੈ ਉਹ ਇਗਨੋਰ ਕਰ ਰਿਹਾ ਹੈ। ਕਾਂਗਰਸ ਪਾਰਟੀ ਨੇ ਵੀ ਇਸ ਇਸ਼ੂ ਨੂੰ ਚੁੱਕਿਆ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕੱਲ੍ਹ ਇਸ 'ਤੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਪਰ ਇਕੱਲਾ ਪੰਜਾਬ ਨਹੀਂ, ਆਤਿਸ਼ ਨਾਲ ਹਰਿਆਣਾ ਅਤੇ UP ਨੂੰ ਵੀ ਇਹਦੇ ਵਿੱਚ ਜਿਹੜੀ ਸਪੇਸ ਹੈ ਉਹ ਨਹੀਂ ਮਿਲੀ ਹੈ। ਉਹ ਮੈਨੂੰ ਇਹ ਲੱਗਦਾ ਕਿ ਉਹਦਾ ਕਾਰਨ ਇਹ ਹੋਏਗਾ ਕਿ ਜੇ ਹਰਿਆਣਾ ਨੂੰ ਉਹਦੇ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਜਾਂਦਾ ਹੈ ਜਾਂ UP ਨੂੰ ਕੀਤਾ ਜਾਂਦਾ ਹੈ, ਤਾਂ ਉਹਦੇ ਨਾਲ ਜਿਹੜਾ ਪੰਜਾਬ ਦਾ ਗੁੱਸਾ ਹੈ ਜਾਂ ਡਿਸਕ੍ਰਿਮੀਨੇਸ਼ਨ ਹੈ ਉਹ ਸਿੱਧੇ ਤੌਰ 'ਤੇ ਦਿਖੇਗੀ। ਜੀ ਬਿਲਕੁਲ। ਦਿਖ ਤਾਂ ਹੁਣ ਵੀ ਰਹੀ ਹੈ, ਪਰ ਕਮੇਟੀ ਦੇ ਸਾਈਜ਼ ਨੂੰ ਲੈ ਕੇ ਵੀ ਗੱਲ ਹੋ ਰਹੀ ਹੈ ਕਿ ਕਮੇਟੀ ਦੇ ਵਿੱਚ ਸਮੇਤ ਚੇਅਰਮੈਨ 29 ਮੈਂਬਰਾਂ ਦੀ ਜਿਹੜੀ ਕਮੇਟੀ ਹੈ ਉਹ ਆਤਿਸ਼ ਬਣਾਈ ਗਈ ਹੈਗੀ ਹੈ। ਤਾਂ ਜਦੋਂ ਤੁਹਾਡੇ ਯਾਦ ਹੋਏਗਾ ਕਿ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ ਅਤੇ ਜਦੋਂ SKM ਦੇ ਸਾਰੇ ਮੈਂਬਰ ਉੱਥੇ ਮੀਟਿੰਗ ਲਈ ਜਾਂਦੇ ਸੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ, ਤਾਂ ਉਦੋਂ ਭਾਰਤ ਸਰਕਾਰ ਦੀ ਹਮੇਸ਼ਾ ਹੀ ਇੱਕ ਗੱਲ ਰਹੀ ਹੈ ਕਿ ਤੁਹਾਡੀ ਜਿਹੜੀ ਕਮੇਟੀ ਹੈ ਉਹ ਛੋਟੀ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਕਿ ਜੇ ਘੱਟ ਮੈਂਬਰ ਹੋਣਗੇ ਤਾਂ ਉਹਦੇ ਨਾਲ ਗੱਲ ਕਰੇ ਤਾਂ ਗੱਲਬਾਤ ਜਲਦੀ ਸਾਡੀ ਸਿਰੇ ਲੱਗੇਗੀ, ਕਿ ਤੁਹਾਡੇ ਮੈਂਬਰ ਜ਼ਿਆਦਾ ਨੇ ਇਸ ਕਰਕੇ ਗੱਲਬਾਤ ਹੈ ਜਿਹੜੀ ਟੁੱਟ ਜਾਂਦੀ ਹੈ। ਪਰ ਜੇ ਹੁਣ ਦੇਖੀਏ ਤਾਂ ਹੁਣ ਇਹਨਾਂ ਨੇ ਆਪਣੇ ਵੀ 29 ਮੈਂਬਰ ਬਣਾ ਲਏ ਹੈਗੇ ਨੇ। ਇਹ ਵੀ ਕਮੇਟੀ ਛੋਟੀ ਨਹੀਂ। ਚਾਹੇ ਹੁਣ ਤਾਂ ਆਪਾਂ ਕਿਆਸ ਹੀ ਕਰ ਸਕਦੇ ਹਾਂ ਕਿ ਕਮੇਟੀ ਦੀ ਬਣਤਰ ਕਿਹੋ ਜਿਹੀ ਹੈ, ਕਮੇਟੀ ਦੇ ਵਿੱਚ ਕਿਹੜੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਜਿਸ ਤਰ੍ਹਾਂ ਜਿਨ੍ਹਾਂ ਲੋਕਾਂ ਨੇ ਖੇਤੀ ਕਾਨੂੰਨ ਘੜੇ ਸੀਗੇ ਅਤੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕਰ ਲਿਆ। ਇਸ ਤਰ੍ਹਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਜਿਹੜੇ ਉਹ ਸੈਕਟਰੀ ਪੱਧਰ ਦੇ ਰਿਟਾਇਰਡ ਅਧਿਕਾਰੀ ਸੀ ਸੰਜੇ ਅਗਰਵਾਲ, ਉਹਨਾਂ ਨੂੰ ਚੇਅਰਮੈਨ ਲਾਇਆ, ਔਰ ਜਿਹਦੇ ਕੋਲ ਮਿਨਿਸਟਰ ਆਫ ਸਟੇਟ ਦਾ ਦਰਜਾ ਹੈਗਾ, ਨੀਤੀ ਆਯੋਗ ਦੇ ਮੈਂਬਰ ਹੈ ਰਮੇਸ਼ ਚੰਦ, ਉਹ ਉਹਨਾਂ ਦੇ ਅੰਡਰ ਕੰਮ ਕਰਨਗੇ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਇੱਕ ਲੱਗਦਾ ਹੈ, ਜਾਂ ਭਾਰਤ ਸਰਕਾਰ ਦਾ ਜਿਸ ਤਰ੍ਹਾਂ ਦਾ ਸੁਭਾਅ ਹੈ, ਜਿਸ ਤਰ੍ਹਾਂ ਦਾ ਟਰੈਕ ਰਿਕਾਰਡ ਹੈ, ਉਹ ਤੋਂ ਲੱਗਦਾ ਕਿ ਖੇਤੀ ਕਾਨੂੰਨ
ਚਾਹੇ ਇਸ ਰੂਪ ਦੇ ਵਿੱਚ, ਪੁਰਾਣੇ ਰੂਪ 'ਚ ਨਹੀਂ ਆਉਣਗੇ, ਪਰ ਟੁੱਟਵੇਂ ਰੂਪ ਦੇ ਵਿੱਚ, ਫੇਜ਼ਸ ਦੇ ਵਿੱਚ ਜ਼ਰੂਰ ਆ ਸਕਦੇ ਨੇ। ਜੀ ਚਰਨਜੀਤ ਜੀ, ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਲਿਆਂਦੇ ਗਏ, ਜਿਸ ਦੇ ਖਿਲਾਫ 1 ਸਾਲ ਤੋਂ ਲੰਬਾ ਸਮਾਂ ਕਿਸਾਨੀ ਘੋਲ ਚੱਲਿਆ। ਉਸ ਘੋਲ ਦੀ ਅਗਵਾਈ ਪੰਜਾਬ ਨੇ ਕੀਤੀ ਤੇ ਹੁਣ MSP ਤੇ ਕਾਨੂੰਨਨ ਗਰੰਟੀ ਦੀ ਮੰਗ ਨੂੰ ਲੈ ਕੇ ਜਿਹੜੀ ਆਵਾਜ਼ ਬੁਲੰਦ ਹੋ ਰਹੀ ਹੈ, ਉਹ ਵੀ ਪੰਜਾਬ ਕਰ ਰਿਹਾ। ਪਰ ਤੁਹਾਨੂੰ ਲੱਗਦਾ ਹੈ ਵੀ ਕਿ ਜੋ ਪੰਜਾਬੀਆਂ ਨੇ ਸੰਘਰਸ਼ ਪਹਿਲਾਂ ਕੀਤਾ ਹੈ, ਜਾਂ ਜਿਸ ਤਰ੍ਹਾਂ ਦਾ ਰੰਗ ਰੂਪ ਪੰਜਾਬੀਆਂ ਦਾ ਪਹਿਲਾਂ ਦੇਖਣ ਨੂੰ ਮਿਲਿਆ, ਉਸੇ ਤਰ੍ਹਾਂ ਦਾ ਸੰਘਰਸ਼ ਹੁਣ ਦੁਬਾਰਾ ਵੀ ਸ਼ੁਰੂ ਹੋ ਸਕਦਾ ਹੈ, ਉਸ ਤਰ੍ਹਾਂ ਦਾ ਰੰਗ ਰੂਪ ਪੰਜਾਬ ਦੇ ਨੌਜਵਾਨਾਂ ਦਾ ਮੁੜ ਦੇਖਣ ਨੂੰ ਮਿਲੇਗਾ? ਅਗਰ ਨਵਾਂ ਅੰਦੋਲਨ ਦਾ ਪੇੜ ਵੱਜਦਾ ਹੈਗਾ ਨਾ ਆਤਿਸ਼, ਤਾਂ ਉਹਦੇ ਰੰਗ ਰੂਪ ਹੋਰ ਵੀ ਕਿਸਮ ਦੇ ਹੋ ਸਕਦੇ ਨੇ। ਪਿਛਲੇ 3 ਖੇਤੀ ਕਾਨੂੰਨਾਂ ਦੇ ਖਿਲਾਫ ਅਸੀਂ ਅਗਵਾਈ ਕੀਤੀ। ਸਾਡਾ ਐਗਰੇਰੀਅਨ ਸਟੇਟ ਹੈ ਔਰ ਸਾਡਾ ਇਤਿਹਾਸ, ਸਾਡਾ ਵਿਰਾਸਤ ਇਸ ਕਿਸਮ ਦੀ ਰਹੀ ਹੈਗੀ ਹੈ। ਅਸੀਂ ਲੀਡ ਕੀਤਾ ਸੀ, ਸਾਰੀ ਦੁਨੀਆ ਨੂੰ ਦਿਖਾਇਆ ਸੀਗਾ। ਹੋ ਸਕਦਾ ਕਿ ਜਦੋਂ MSP ਦਾ ਮਸਲਾ, ਸਾਡੇ ਤਾਂ MSP 'ਤੇ ਵਿਕ ਰਹੀਆਂ ਫਸਲਾਂ, ਦੂਸਰੀਆਂ ਸਟੇਟਾਂ ਦੇ ਵਿੱਚ ਤਾਂ MSP 'ਤੇ ਫਸਲਾਂ ਵਿਕ ਨਹੀਂ ਰਹੀਆਂ, ਬਹੁਤ ਸਾਰੀਆਂ ਸਟੇਟਾਂ 'ਤੇ। ਹੋ ਸਕਦਾ ਉਹਨਾਂ ਦੇ ਲੋਕਾਂ ਦੇ ਵਿੱਚ ਕੋਈ ਜਾਗਰਤੀ ਆਵੇ ਔਰ ਇੱਕ ਮਾਹੌਲ ਤਾਂ ਬਣਿਆ ਹੋਇਆ ਚੇਤਨਤਾ ਦਾ। ਔਲਰੇਡੀ ਜਿਹੜਾ ਅੰਦੋਲਨ ਚੱਲਿਆ ਸੀ 1.25 ਸਾਲ, ਉਹਦੇ 'ਚ ਲੋਕਾਂ ਦੇ ਘਰ ਘਰ ਤਾਂ ਗੱਲ ਗਈ ਵੀ ਹੈ। ਪਰ ਪੰਜਾਬ ਦੇ ਵਿੱਚ ਕਿਉਂਕਿ ਖੇਤੀ ਕਾਨੂੰਨ ਜਦੋਂ ਬਣੇ ਸੀ, ਉਦੋਂ ਲੋਕਾਂ ਦੇ ਵਿੱਚ ਇੱਕ ਤਾਂ ਇਹ ਸੀ ਆਤਿਸ਼ ਕਿ ਰਾਤੋਂ ਰਾਤ ਜਿਹੜਾ ਮਾਹੌਲ ਨਹੀਂ ਸਿਰਜਿਆ ਗਿਆ ਸੀ। ਅੰਦੋਲਨ ਇੱਕ ਪੜਾਅਵਾਰ ਚੱਲਿਆ ਸੀ। ਉਹਦੇ ਪੜਾਅ ਦੇ ਵਿੱਚੋਂ ਅਲੱਗ ਪਾਰ ਕਰਦਾ ਕਰਦਾ ਇੱਕ ਜਗ੍ਹਾ 'ਤੇ ਜਾ ਕੇ ਪੀਕ 'ਤੇ ਗਿਆ ਸੀ, ਸਿਖਰ 'ਤੇ ਗਿਆ ਸੀਗਾ। ਅਤੇ ਖੇਤੀ ਕਾਨੂੰਨਾਂ ਤੋਂ ਇਹ ਵੀ ਲੱਗਦਾ ਸੀ, ਹਰ ਕਿਸਾਨ ਨੂੰ, ਹਰ ਘਰ ਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਜ਼ਮੀਨ ਹੈ ਉਹ ਖੁੱਸ ਜਾਏਗੀ। ਉਹ ਹੱਲਾ ਜਿਹੜਾ ਵੱਡਾ ਸੀਗਾ, ਹੁਣ ਉਹਦਾ ਇੱਕ ਅੱਗੇ ਪਾਰਟ ਸੀ ਜਿਹੜੀ MSP ਲੀਗਲ। ਨੋ ਡਾਊਟ ਕਿ ਇਹ ਵੱਡਾ ਇਸ਼ੂ ਹੈਗਾ ਕਿ ਕਿਸਾਨਾਂ ਦੀ ਫਸਲਾਂ ਦੇ ਭਾਅ ਦਾ ਮਸਲਾ ਹੈ, ਉਸ ਦੀ ਗਰੰਟੀ ਦਾ ਮਸਲਾ ਹੈ, ਕਿਸਾਨਾਂ ਦੀ ਰੋਜੀ ਰੋਟੀ ਦੇ ਨਾਲ ਜੁੜੀ ਹੋਈ ਗੱਲ ਹੈਗੀ ਹੈ। ਪਰ ਇਹ ਜਿਸ ਤਰ੍ਹਾਂ ਦਾ ਹੱਲ ਹੈ, ਹੱਲੇ 'ਤੇ ਡਿਪੈਂਡ ਕਰਦਾ ਹੈਗਾ। ਅਗਰ ਜਿਵੇਂ ਕਮੇਟੀ ਦੇ ਵਿੱਚ ਸੈਂਟਰ ਗੌਰਮੈਂਟ ਨੇ ਆਪਣਾ ਰੋਲ ਜਾਂ ਰਵੱਈਆ ਦਿਖਾਤਾ, ਜ਼ਾਹਰ ਕਰ ਦਿੱਤਾ, ਬੇਰੁਖੀ ਵਾਲਾ ਜਾਂ ਪੰਜਾਬ ਦੀ ਅਣਦੇਖੀ ਵਾਲਾ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਸੱਟ ਤਾਂ ਲੱਗੀ ਹੋਏਗੀ। ਪਰ ਜਿੰਨਾ ਹੱਲਾ ਤੇਜ਼ ਹੋਏਗਾ, ਉਨਾ ਜਿਹੜਾ ਥੱਲਿਓਂ ਲੋਕ ਰਿਸਪੌਂਡ ਕਰਨਗੇ। ਅਤੇ ਪੰਜਾਬ ਦੇ ਵਿੱਚ ਤਾਂ ਇਹ ਹਮੇਸ਼ਾ ਇਹ ਰਹਿੰਦਾ ਵੀ ਹੈ ਕਿ ਜਦੋਂ ਵੀ ਕੋਈ ਵਿਪਤਾ ਪੈਂਦੀ ਹੈ, ਵਿਪਤਾ ਦੀ ਘੜੀ ਆਉਂਦੀ ਹੈ, ਤਾਂ ਪੰਜਾਬੀ ਲੋਕ ਇਕੱਠੇ ਹੋ ਜਾਂਦੇ ਹੈ। ਹਾਲਾਂਕਿ ਇਹ ਗੱਲ ਖੁੰਡ ਚਰਚਾ ਚੱਲੀ ਹੋਈ ਹੈ ਕਿ ਜਿਹੜੀ ਕਿਸਾਨਾਂ ਦਾ ਏਕਤਾ ਸੀਗਾ, ਕਿ ਜਦੋਂ ਕਿਸਾਨ ਆਪਣਾ ਘੋਲ ਜਿੱਤ ਕੇ ਆ ਗਏ ਸੀ, ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਕ੍ਰੈਡੀਬਿਲਿਟੀ ਹੈ ਉਹ ਲੂਜ਼ ਹੋਈ ਹੈ। ਕਿਉਂਕਿ ਕਿਸਾਨਾਂ ਨੇ ਚੋਣਾਂ ਦੇ ਵਿੱਚ ਵੀ ਕੁਝ ਧੜਿਆਂ ਨੇ ਪਾਰਟੀਸਪੇਟ ਕਰ ਲਿਆ ਸੀਗਾ, ਕਿ ਜਿਹੜੀ ਪਹਿਲਾਂ ਉਹਨਾਂ ਦੀ ਇੱਕ ਬਣੀ ਵੀ ਸੀਗੀ ਰੈਪੂਟੇਸ਼ਨ, ਉਹਨੂੰ ਢਾਹ ਲੱਗੀ ਹੈ ਪੰਜਾਬ ਦੇ ਵਿੱਚ ਮੁੜ ਪਰਤਣ 'ਤੇ। ਹੁਣ ਇੱਕ ਤਾਂ ਇਹ ਹੈ ਕਿ ਕਿਸਾਨਾਂ ਨੂੰ ਵੀ ਆਪਣੀ ਕ੍ਰੈਡੀਬਿਲਿਟੀ ਹੈ ਜਿਹੜੀ ਉਹ ਬਹਾਲ ਕਰਨੀ ਪਏਗੀ। ਜੇ ਅਸੀਂ, ਸਾਡੇ ਪੰਜਾਬ ਦੇ ਲੋਕ ਐਡੇ ਉਹ ਨਹੀਂ ਕਿ ਜੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ, ਸਾਨੂੰ ਪਤਾ ਹੁੰਦਾ ਹੈ ਕਿ ਸਿਆਸੀ ਜਮਾਤ ਹੈ ਜਾਂ ਸਿਆਸੀ ਪਾਰਟੀਆਂ ਹੈ, ਸਾਡੇ ਨਾਲ ਧੋਖਾ ਕਰਨਗੀਆਂ ਅਤੇ ਸਾਡੇ ਨਾਲ ਜਿਹੜੇ ਫੋਕੇ ਵਾਅਦੇ ਕੀਤੇ ਜਾ ਰਹੇ ਹੈ, ਅਸੀਂ ਉਹਨਾਂ ਨੂੰ ਮਾਫ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਰਹੇ ਹਾਂ ਵਾਰ-ਵਾਰ। ਤਾਂ ਜੇ ਕਿਸਾਨਾਂ ਨੂੰ ਅਸੀਂ ਮੌਕਾ ਦੇਵਾਂਗੇ ਇਸ ਕਿਸਮ ਦਾ, ਜੇ ਕਿਸਾਨਾਂ ਤੋਂ ਕੋਈ ਗਲਤੀਆਂ ਹੋਈਆਂ ਨੇ, ਤਾਂ ਲੋਕ ਜਿਹੜੇ ਮਾਫ ਵੀ ਕਰ ਦੇਣਗੇ। ਪਰ ਉਹਦੇ ਲਈ ਬਸ਼ਰਤੇ ਕਿ ਸਾਰੇ ਲੋਕਾਂ ਨੇ ਉਹਨੂੰ ਆਪਣੀ ਪਹਿਲਾਂ ਜਿਸ ਤਰ੍ਹਾਂ ਯੂਨਿਟੀ ਦਿਖਾਈ ਹੈ ਉਹ ਦਿਖਾਉਣੀ ਹੋਏਗੀ, ਉਸ ਤਰ੍ਹਾਂ ਦੀ ਕ੍ਰੈਡੀਬਿਲਿਟੀ ਜਿਹੜੀ ਆਪਣੀ ਬਹਾਲ ਕਰਨੀ ਹੋਏਗੀ। ਪਰ ਭਾਜਪਾ ਦਾ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਮਿਨਿਸਟਰ, ਸੈਂਟਰ ਦੇ ਵਜ਼ੀਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜੇ ਸੀ ਕਿ ਅਸੀਂ ਜਿਹੜੀ 2024 ਦੇ ਵਿੱਚ ਪੰਜਾਬ ਦੇ ਵਿੱਚ ਵਧੀਆ ਪਰਫੋਰਮ ਕਰਨਾ ਹੈਗਾ, ਤਾਂ ਉਹ ਕਮੇਟੀ ਹੈ ਜਿਹੜੀ ਭਾਜਪਾ ਦੀ ਇਮੇਜ ਨੂੰ ਜ਼ਰੂਰ ਸੱਟ ਮਾਰੇਗੀ। ਕਿਉਂਕਿ ਕਿਸਾਨਾਂ ਦੇ, ਖਾਸ ਕਰਕੇ ਸਾਡੇ 750 ਕਿਸਾਨ ਹੈ ਜਿਹੜੇ ਮੋਰਚੇ 'ਚ ਸ਼ਹੀਦ ਹੋਏ ਸੀ, ਜਿਹੜੀ ਬਹੁ ਗਿਣਤੀ ਪੰਜਾਬ 'ਚੋਂ ਸੀ, ਤਾਂ ਉਹਨਾਂ ਦੇ ਘਰਾਂ 'ਚ 70 ਵਿੱਚ ਸੀ, ਉਹਨਾਂ ਦੇ ਮੁੜ ਜਿਹੜੇ ਜ਼ਖਮ ਹੈ ਉਹ ਮੁੜ ਹਰੇ ਹੋਏ ਨੇ। ਤਾਂ ਬਾਕੀ ਭਾਜਪਾ ਦੇ ਵਿੱਚ ਜਿਹੜੇ ਲੋਕ ਗਏ ਵੀ ਨੇ ਪੰਜਾਬ 'ਚੋਂ, ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਤਸਵੀਰ ਹੈ ਪੰਜਾਬੀ ਲੋਕਾਂ ਦੀ, ਉਹ ਆਤਿਸ਼ ਇਹ ਹੈ ਕਿ ਅਸੀਂ ਜਿਹੜੇ ਲੋਕ ਦਿੱਲੀ ਨਾਲ ਖੜ੍ਹਦੇ ਨੇ ਉਹ ਸਾਡੀਆਂ ਅੱਖਾਂ ਦੇ ਵਿੱਚ ਰੜਕਦੇ ਹੈਗੇ ਨੇ। ਦਿੱਲੀ ਨਾਲ ਮੁੱਢ ਤੋਂ ਕਦੀਮ ਤੋਂ ਹੀ ਸਾਡਾ ਜਿਹੜਾ ਇਸ ਕਿਸਮ ਦਾ ਰਿਸ਼ਤਾ ਰਿਹਾ, ਇਸ ਤਰ੍ਹਾਂ ਦਾ ਵਾਹ ਵਾਸਤਾ ਰਿਹਾ ਹੈਗਾ। ਅਤੇ ਜਿਹੜੇ ਕਾਂਗਰਸ ਦੇ ਵਿੱਚੋਂ ਭਾਜਪਾ 'ਚ ਜਾ ਕੇ ਆਪਣਾ ਫਿਊਚਰ ਦੇਖ ਰਹੇ ਸੀਗੇ, ਤਾਂ ਉਹਨਾਂ ਨੂੰ ਵੀ ਇਸ ਗੱਲ ਨਾਲ ਜ਼ਰੂਰ ਸੱਟ ਲੱਗੇਗੀ। ਜਿੱਥੋਂ ਤੱਕ ਤਾਲੁਕ ਹੈ ਦੂਸਰੀਆਂ ਪਾਰਟੀਆਂ ਦਾ, ਪੋਲੀਟੀਕਲ ਪਾਰਟੀਆਂ ਦਾ, ਸ਼੍ਰੋਮਣੀ ਅਕਾਲੀ ਦਲ ਦਾ ਹੋਇਆ, ਕਾਂਗਰਸ ਦਾ ਹੋਇਆ, ਕਿਉਂਕਿ ਇਹਨਾਂ ਨੂੰ ਵੀ ਲੱਗਦਾ ਤਾਂ ਇਹ ਹੈ ਕਿ ਲੋਕ, ਕੋਈ ਵੀ ਪੋਲੀਟੀਕਲ ਪਾਰਟੀ ਉਹ ਇਹ ਨਹੀਂ ਚਾਹੁੰਦੀ ਹੁੰਦੀ ਕਿ ਲੋਕਾਂ ਦੇ ਵਿੱਚ ਯੂਨਿਟੀ ਬਣੇ, ਲੋਕ ਇਕੱਠੇ ਹੋਣ। ਤਾਂ ਇਹ ਵੀ ਲੋਕਾਂ ਦਾ ਮਾਹੌਲ ਦੇਖਣਗੇ ਪਹਿਲਾਂ, ਉਸ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਕਰਨਗੇ ਕਿ ਅਸੀਂ ਅੱਗੇ ਹੋ ਕੇ ਲੜਾਈ ਲੜਾਂਗੇ, ਉਸ ਕਿਸਮ ਦਾ ਨਹੀਂ ਮਿਲੇਗਾ। ਪਹਿਲਾਂ ਕਿਸਾਨਾਂ ਦਾ ਰੋਲ ਦੇਖਿਆ ਜਾਏਗਾ, ਕਿਸਾਨ ਧਿਰਾਂ ਜਿਹੜੀਆਂ ਉਹ ਲੋਕਾਂ ਦਾ ਰਿਸਪੌਂਸ ਦੇਖਣਗੀਆਂ, ਉਸ ਤੋਂ ਬਾਅਦ ਕੋਈ ਅੰਦੋਲਨ ਹੈ ਜਿਹੜਾ ਸ਼ੁਰੂ ਹੋ ਸਕਦਾ। ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵੀ ਨੇ ਅਤੇ ਲੋਕ ਇਸ ਮਸਲੇ 'ਤੇ ਇਕੱਠੇ ਵੀ ਹੋ ਸਕਦੇ ਹੈ, ਕਿਉਂਕਿ ਪੰਜਾਬ ਨੂੰ ਪਹਿਲਾਂ ਵੀ ਸੱਟਾਂ ਵੱਜਦੀਆਂ ਰਹੀਆਂ ਨੇ, ਪਹਿਲਾਂ ਵੀ ਪੰਜਾਬੀ ਜਿੱਤਦੇ ਰਹੇ ਨੇ, ਹਾਰਦੇ ਰਹੇ ਨੇ, ਮੁੜ ਉੱਠਦੇ ਰਹੇ ਨੇ,
ਇਸ ਕਰਕੇ ਕੋਈ ਇਹ ਅਲੋਕਾਰੀ ਗੱਲ ਨਹੀਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮੁੜ ਅੰਦੋਲਨ ਨਹੀਂ ਵੱਜੇਗਾ, ਜ਼ਰੂਰ ਵੱਜ ਸਕਦਾ ਹੈ। ਪਹਿਲਾਂ ਵੀ ਤਾਂ ਵੱਜਿਆ ਸੀ ਸਾਰਿਆਂ ਦੇ ਸਾਹਮਣੇ। ਜੀ ਚਰਨਜੀਤ ਜੀ, ਇਹ ਤਾਂ ਸੀ ਕਿਸਾਨੀ ਦੀ ਗੱਲ। ਇਸ ਦੇ ਨਾਲ ਹੀ ਗੱਲ ਕਰੀਏ ਬੰਦੀ ਸਿੰਘਾਂ ਦੀ, ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਜੰਤਰ ਮੰਤਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਧਰਨਾ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹ ਪੂਰਾ ਮਾਮਲਾ ਕੀ ਹੈ ਤੇ ਉਸ ਬਾਰੇ ਜ਼ਰੂਰ ਚਾਨਣਾ ਪਾਓ। ਦੇਖੋ, ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਚੁੱਕਿਆ ਸੀ, ਖਾਸ ਕਰਕੇ ਜਿਹੜੀ ਸੰਗਰੂਰ ਦੀ ਜਿਮਨੀ ਚੋਣ ਲੜੀ ਸੀ, ਉਹ ਇੱਕੋ ਇਸ਼ੂ ਨੂੰ ਉਹਨਾਂ ਨੇ ਫਲੈਸ਼ ਕੀਤਾ ਸੀਗਾ ਕਿ ਇਸ ਇਸ਼ੂ ਨੂੰ ਲੈ ਕੇ ਅਸੀਂ ਲੜਾਈ ਲੜ ਰਹੇ ਹੈਗੇ ਹਾਂ। ਅਤੇ ਅੱਜ ਉਹਨੇ ਜੰਤਰ ਮੰਤਰ 'ਤੇ ਧਰਨਾ ਵੀ ਦਿੱਤਾ ਹੈ। ਜਿਹੜੇ ਸਾਡੇ ਹੋਮ ਮਿਨਿਸਟਰ ਹੈ ਉਹਨਾਂ ਨੂੰ ਵੀ ਤੁਰਿਆ ਜਾਂਦਿਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਯਾਦ ਕਰਾਇਆ, ਉਹਨਾਂ ਦੇ ਵਾਅਦੇ ਯਾਦ ਕਰਾਏ ਨੇ। ਜੰਤਰ ਮੰਤਰ 'ਤੇ ਤਕਰੀਬਨ 450-500 ਬੰਦਾ ਉੱਥੇ ਦੱਸਦੇ ਨੇ ਕਿ ਉੱਥੇ ਹਾਜ਼ਰ ਸੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਸਲਾ ਸੱਚਮੁੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਜਾਂ ਸ਼੍ਰੋਮਣੀ ਅਕਾਲੀ ਦੇ ਆਪਣੇ ਅਕਾਲੀ ਦਲ ਦੇ ਵਜੂਦ ਦਾ ਮਸਲਾ ਹੈਗਾ। ਜੀ ਬਿਲਕੁਲ। ਕਿਉਂਕਿ ਜਿਸ ਤਰ੍ਹਾਂ ਦੀ ਪਿਛਲੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਮਿਲੀ ਹੈਗੀ ਹੈ, ਔਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਖੁੱਲ੍ਹੇਆਮ ਜਿਹੜੀ ਪਾਰਟੀ ਦੀ ਲੀਡਰਸ਼ਿਪ ਨੂੰ ਚੈਲੰਜ ਕੀਤਾ ਔਰ ਚੋਣ ਦਾ ਬਾਈਕਾਟ ਕੀਤਾ ਹੈ, ਉਹ ਬਿਲਕੁਲ ਚਿੰਤਾ ਵਾਲੀ ਗੱਲ ਹੈ। ਔਰ ਝੁੰਦਾ ਕਮੇਟੀ ਦੀ ਰਿਪੋਰਟ ਹੈ ਜਿਹੜੀ ਉਹ ਆ ਚੁੱਕੀ ਹੈ, ਉਸ 'ਤੇ ਕੋਰ ਕਮੇਟੀ ਨੇ ਅਜੇ ਤੱਕ ਕੋਈ ਚਰਚਾ ਨਹੀਂ ਕੀਤੀ। ਤਾਂ ਸਾਰੀਆਂ ਗੱਲਾਂ ਤੋਂ ਲੱਗਦਾ ਕਿ ਅਕਾਲੀ ਦਲ ਦੀ ਹੁਣ ਅਸਲ ਮਸਲਾ ਜਿਹੜਾ ਉਹਨਾਂ ਨੂੰ ਆਪਣੀ ਹੋਂਦ ਬਚਾਉਣ ਦਾ ਲੱਗਿਆ ਹੋਇਆ ਹੈ। ਆਤਿਸ਼ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਸਾਡੇ ਹੱਥ ਇੱਕ ਸੂਚੀ ਲੱਗੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਤਕਰੀਬਨ 192 ਮੈਂਬਰ ਹੈ, ਟੋਟਲ 220 ਦੇ ਕਰੀਬ ਜਿਹੜੇ ਮੁਲਾਜ਼ਮ ਹੈ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦੀ ਡਿਊਟੀ ਲਾਈ ਗਈ ਹੈ ਦਿੱਲੀ ਵਿਖੇ 19 ਤਰੀਕ ਤੋਂ, ਜਿੱਥੇ ਇਹ ਸਿੱਧਾ ਇਸ਼ਾਰਾ ਕੀਤਾ ਗਿਆ ਉਹਦੇ ਵਿੱਚ ਕਿ ਉਹਦੇ ਵਿੱਚ ਉਹਨਾਂ ਨੇ ਸਹਾਇਤਾ ਕਰਨੀ, ਸਹਾਇਤਾ ਦਾ ਨਾਂ ਦਿੱਤਾ ਹੈ। ਪਰ ਹੋ ਸਕਦਾ ਕਿ ਜੇ ਉਹ 250 ਬੰਦਾ ਹੋਏਗਾ ਅਤੇ ਉਹ ਇਕੱਠ ਦੀ ਸ਼ੋਭਾ ਵੀ ਵਧਾ ਸਕਦਾ ਹੈਗਾ। ਬਿਲਕੁਲ। ਕੋਈ ਵੇਲਾ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਜਦੋਂ ਧਰਮ ਯੁੱਧ ਮੋਰਚੇ ਲੱਗੇ ਹੈ ਜਿੰਨੇ ਵੀ ਪੰਜਾਬ ਦੇ ਮਸਲਿਆਂ 'ਤੇ, ਤਾਂ ਇੱਕ ਹੋਕੇ 'ਤੇ ਸਾਰਾ ਪੰਜਾਬ ਹੈ ਜਿਹੜਾ ਇਕੱਠਾ ਹੋ ਜਾਂਦਾ ਸੀ ਅਕਾਲੀ ਦਲ ਦੇ। ਅਤੇ ਅੱਜ ਇਹ ਹਾਲ ਹੈ ਕਿ ਸਾਨੂੰ ਜਿਹੜਾ ਇਸ ਕਿਸਮ ਦੇ ਸਹਾਇਤਾ ਇੱਧਰੋਂ ਉੱਧਰੋਂ ਬੰਦੇ ਇਕੱਠੇ ਕਰਨੇ ਪੈ ਰਹੇ ਹੈ। ਸੋ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਅਕਾਲੀ ਨੇ ਜਿਹੜੀ ਪਹਿਲ ਕੀਤੀ ਹੈ, ਹੋ ਸਕਦਾ ਹੈ ਅੰਦਰੋਂ ਕਿਸ ਦੀ ਹੋਰ ਵੀ ਆਤਮਾ ਜਾਗੇ। ਪੰਜਾਬ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹਾਰ ਤੋਂ ਬਾਅਦ ਸਮੀਖਿਆ ਜ਼ਰੂਰ ਕਰਨੀ ਚਾਹੀਦੀ ਹੈ, ਔਰ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਹੈ, ਲੱਗਦਾ ਉਹ 'ਤੇ ਵੀ ਕੋਰ ਕਮੇਟੀ ਦੀ ਅਗਲੀ ਮੀਟਿੰਗ 'ਚ ਵਿਚਾਰ ਹੋ ਸਕਦਾ ਹੈ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।